ਨਮਸਕਾਰ। ਜਦ ਕਦੀ ਵੀ ਅਸੀਂ ਪੰਜਾਬ ਦੀ ਸਨਅਤ ਔਰ ਉਸ ਦੇ ਵਿਕਾਸ ਬਾਰੇ ਸੋਚਦੇ ਹਾਂ ਤਾਂ ਕਈ ਸਵਾਲ ਸਾਡੇ ਮਨ ਵਿੱਚ ਉਭਰਦੇ ਨੇ ਔਰ ਸਾਡੇ ਸਨਅਤਕਾਰਾਂ ਦੀ ਜ਼ਹਿਨ ਦੇ ਵਿੱਚ ਕਈ ਤਰ੍ਹਾਂ ਦੇ ਖਦਸ਼ੇ, ਕਈ ਤਰ੍ਹਾਂ ਦੇ ਅੰਦਾਜ਼ ਹਨ ਜੋ ਕਿ ਉਹ ਇਹ ਸਮਝਦੇ हैं कि ਸ਼ਾਇਦ ਸਾਡੀ ਇੰਡਸਟਰੀ ਨੂੰ ਪੂਰੀ ਤਰ੍ਹਾਂ ਵਧਾਵਾ ਨਹੀਂ ਦਿੱਤਾ ਜਾ ਰਿਹਾ। ਅੱਜ ਅਸੀਂ ਇਸੇ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ ਔਰ ਅਸੀਂ ਖੁਸ਼ਕਿਸਮਤ ਹਾਂ ਕਿ ਜੋ ਇਸ ਮੁਲਾਕਾਤ ਦੇ ਵਿੱਚ ਸਾਡੇ ਨਾਲ ਸਟੂਡੀਓ ਵਿੱਚ ਨੇ ਉਹ ਕੇਂਦਰੀ ਮੰਤਰੀ ਸਨਅਤੀ ਨੀਤੀ ਅਤੇ ਸਨਅਤੀ ਵਿਕਾਸ ਰਾਜ ਮੰਤਰੀ ਨੇ। ਮੈਂ ਸ਼੍ਰੀ ਅਸ਼ਵਨੀ ਕੁਮਾਰ ਜੀ ਦਾ ਦੂਰਦਰਸ਼ਨ ਜਲੰਧਰ ਔਰ ਪੰਜਾਬ ਦੇ ਵਾਸੀਆਂ ਵੱਲੋਂ ਸਾਡੇ ਦਰਸ਼ਕਾਂ ਵੱਲੋਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਸਟੂਡੀਓ ਵਿੱਚ ਆਉਣ 'ਤੇ। ਅਸ਼ਵਨੀ ਕੁਮਾਰ ਜੀ, ਬਹੁਤਾ ਸਮਾਂ ਕੇਂਦਰ ਵਿੱਚ ਕਾਂਗਰਸ ਨੇ ਰਾਜ ਕੀਤਾ ਹੈ ਔਰ ਇਹ ਪਹਿਲਾ ਮੌਕਾ ਹੈ ਕਿ ਜਦੋਂ ਪੰਜਾਬ ਤੋਂ ਭੇਜਿਆ ਹੋਇਆ ਇੱਕ ਨੁਮਾਇੰਦਾ ਸਾਡਾ ਸਨਅਤੀ ਮੰਤਰੀ ਬਣੇ ਹੋ। ਅਸੀਂ ਇਸ ਗੱਲ ਦੇ ਉੱਤੇ ਬੜੇ ਖੁਸ਼ਕਿਸਮਤ ਹਾਂ ਔਰ ਅਸੀਂ ਤੁਹਾਨੂੰ ਵੀ ਮੁਬਾਰਕਬਾਦ ਦਿੰਦੇ ਹਾਂ। ਅੱਜ ਤੁਸੀਂ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰੀ ਪੰਜਾਬ ਆਏ ਹੋ। ਅਸੀਂ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹੋਏ ਇਸ ਗੱਲਬਾਤ ਨੂੰ ਸ਼ੁਰੂ ਕਰਨਾ ਚਾਹਾਂਗਾ। ਪੰਜਾਬ ਦੀ ਇੰਡਸਟਰੀਅਲ ਪਾਲਿਸੀ ਬਾਰੇ ਤੁਹਾਡਾ ਵਿਚਾਰ ਜਾਂ ਤੁਹਾਡਾ ਇਸ ਸੰਦਰਭ ਦੇ ਵਿੱਚ ਕੀ ਟੀਚਾ ਹੈ, ਕੀ ਉਪਲਬਧੀਆਂ ਹੈ, ਕੀ ਕਰਨਾ ਚਾਹੁੰਦੇ ਹੋ? ਬਹੁਤ ਕੁਝ ਕਰਨ ਦੀ ਭਾਵਨਾ ਮਨ ਵਿੱਚ ਹੈ। ਤੁਸੀਂ ਠੀਕ ਕਿਹਾ ਕਿ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ, ਸ਼ਾਇਦ ਮੈਂ ਪਹਿਲਾ ਉਦਯੋਗ ਰਾਜ ਮੰਤਰੀ ਹਾਂ ਜੋ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਹੈ ਸੈਂਟਰ ਵਿੱਚ। ਮੈਂ ਬਹੁਤ ਹੀ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਨਾ ਕਿ ਅੱਜ ਦੀ ਸਥਿਤੀ ਵਿੱਚ ਮੈਨੂੰ ਇਸ ਅਹੁਦੇ 'ਤੇ ਰਹਿ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਔਰ ਸੋਨੀਆ ਜੀ ਨੇ ਦਿੱਤਾ ਹੈ। ਮੇਰਾ ਹਮੇਸ਼ਾ ਤੋਂ ਇਹ ਵਿਸ਼ਵਾਸ ਸੀ ਕਿ ਪੰਜਾਬ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਨੌਜਵਾਨਾਂ ਦੀ ਬੇਰੁਜ਼ਗਾਰੀ ਹੈ ਔਰ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਵੱਡੇ ਪੈਮਾਨੇ 'ਤੇ ਪੰਜਾਬ ਦੇ ਉਦਯੋਗੀਕਰਨ ਦੀ ਲੋੜ ਹੈ। ਇਸ ਕਰਕੇ ਮੈਂ ਮੰਤਰੀ ਬਣਨ ਤੋਂ ਤੁਰੰਤ ਬਾਅਦ ਉਹਨਾਂ ਸਕੀਮਾਂ ਦਾ ਜਾਇਜ਼ਾ ਲਿਆ ਜੋ ਅਸੀਂ ਪੰਜਾਬ ਵਿੱਚ ਲਾਗੂ ਕਰ ਸਕਦੇ ਹਾਂ। ਪੰਜਾਬ ਦੀ ਖਾਸ ਉਦਯੋਗਿਕ ਸ਼ਕਤੀ ਲਾਈਟ ਇੰਜੀਨੀਅਰਿੰਗ ਵਿੱਚ ਹੈ, ਚਾਹੇ ਉਹਨੂੰ ਆਟੋ ਪਾਰਟਸ ਕਹਿ ਲਈਏ, ਫਾਊਂਡਰੀ ਇੰਡਸਟਰੀ ਕਹਿ ਲਈਏ, ਟੈਕਸਟਾਈਲਸ ਕਹਿ ਲਈਏ, ਮੋਟਰ ਪਾਰਟਸ ਕਹਿ ਲਈਏ। ਬੇਸਿਕਲੀ ਫਾਊਂਡਰੀ ਇੰਡਸਟਰੀ ਦੇ ਖਾਸ ਤੌਰ ਦੇ ਉੱਤੇ ਮੈਂ ਜ਼ਿਕਰ ਕਰਨਾ ਚਾਹਾਂਗਾ, ਲੈਦਰ ਇੰਡਸਟਰੀ ਕਹਿ ਲਈਏ। ਇਹਦੇ ਨਾਲ ਲੱਖਾਂ ਲੋਕਾਂ ਨੂੰ ਅਸੀਂ ਡਾਇਰੈਕਟ ਔਰ ਇਨਡਾਇਰੈਕਟ ਰੋਜ਼ਗਾਰ ਦੇ ਸਕਦੇ ਹਾਂ। ਪਿਛਲੇ ਦਿਨਾਂ ਵਿੱਚ ਸਾਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਹਿਮਾਚਲ ਔਰ ਉੱਤਰਾਂਚਲ ਨੂੰ ਕੁਝ ਖਾਸ ਸਹੂਲਤਾਂ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਹੁਣ 2010 ਤੱਕ ਐਕਸਟੈਂਡ ਕੀਤਾ ਗਿਆ ਹੈ। ਇਸ ਸੰਦਰਭ ਵਿੱਚ ਸਾਰੀ ਹੀ ਪਾਰਟੀਆਂ ਦੇ ਐਮਪੀਜ਼ ਦਾ ਇੱਕ ਦਲ ਪਰਸੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਮਿਲਿਆ ਸੀ, ਜਿਹਦੇ ਵਿੱਚ ਮੈਂ ਵੀ ਸ਼ਮੂਲੀਅਤ ਕੀਤੀ ਸੀ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਪ੍ਰਧਾਨ ਮੰਤਰੀ ਜੀ ਨੇ ਸਪਸ਼ਟ ਆਸ਼ਵਾਸਨ ਸਭ ਨੂੰ ਦਿੱਤਾ ਹੈ ਕਿ ਜਿੱਥੋਂ ਤੱਕ ਪੰਜਾਬ ਦੇ ਇੰਡਸਟਰੀਅਲ ਵਿਕਾਸ ਦਾ ਸਵਾਲ ਹੈ, ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦਾ ਸਵਾਲ ਹੈ, ਉਹ ਪੂਰੀ ਤਰ੍ਹਾਂ ਦੇ ਨਾਲ ਉਹ ਔਰ ਉਹਨਾਂ ਦੀ ਸਰਕਾਰ ਉਹਦੇ ਮੁਤਲਕ ਵਚਨਬੱਧ ਨੇ। ਉਹਨਾਂ ਨੇ ਮੈਨੂੰ ਹਿਦਾਇਤ ਕੀਤੀ ਹੈ ਕਿ ਅਜਿਹੀ ਪਾਲਿਸੀ ਬਣਾ ਕੇ ਉਹਨਾਂ ਦੇ ਸਾਹਮਣੇ ਰੱਖੀ ਜਾਏ ਜਿਸ ਦੇ ਰਾਹੀਂ ਜਿਹੋ ਜਿਹੀ ਸਹੂਲਤਾਂ ਹਿਮਾਚਲ ਔਰ ਉੱਤਰਾਂਚਲ ਨੂੰ ਦਿੱਤੀਆਂ ਗਈਆਂ ਨੇ, ਮੋਰ ਔਰ ਲੈਸ ਉਹਦੇ ਬਰਾਬਰ ਦੀ ਸਹੂਲਤਾਂ ਪੰਜਾਬ ਨੂੰ ਵੀ ਦਿੱਤੀਆਂ ਜਾਣ। ਸੋ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਅਜਿਹੀ ਨੀਤੀ ਨੂੰ ਅੰਜਾਮ ਦੇ ਸਕਾਂਗੇ ਔਰ ਮੈਂ ਸਮਝਦਾ ਇੱਕ ਵੱਡੀ ਚੁਣੌਤੀ ਹੈ, ਕੋਸ਼ਿਸ਼ ਕਰਾਂਗੇ। ਜੇ ਇਸ ਤਰ੍ਹਾਂ ਹੋ ਸਕੇ ਅਸ਼ਵਨੀ ਕੁਮਾਰ ਜੀ, ਤਾਂ ਮੈਂ ਸਮਝਣਾ ਕਿ ਬਹੁਤ ਵੱਡੀ ਉਪਲਬਧੀ ਹੋਏਗੀ। ਤੁਸੀਂ ਜੋ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹੋ ਸੈਂਟਰ ਦੇ ਵਿੱਚ, ਕਿਉਂਕਿ ਇਹੀ ਸਭ ਤੋਂ ਵੱਡਾ ਇੱਕ ਖਦਸ਼ਾ ਹੈ ਕਿ ਜੋ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ, ਭਾਵੇਂ ਉਹ ਸੈਂਟਰਲ ਐਕਸਾਈਜ਼ ਦੀਆਂ, ਭਾਵੇਂ ਇਨਕਮ ਟੈਕਸ ਦੀਆਂ ਜਾਂ ਸਟੇਟ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ, ਉਹ ਪੰਜਾਬ 'ਚ ਨਾ ਹੋਣ ਕਰਕੇ ਇੱਥੇ ਇੰਡਸਟਰੀ ਦਾ ਵਧਾਵਾ ਨਹੀਂ ਹੋ ਰਿਹਾ ਅਤੇ ਲੋਕ ਕੋਸ਼ਿਸ਼ ਕਰਦੇ ਨੇ ਕਿ ਉੱਥੇ ਆਪਣੇ ਯੂਨਿਟ ਲਗਾਏ ਜਾਣ। ਇੱਕ ਜਿਹੜੀ ਲੋਕ ਗੱਲ ਕਹਿੰਦੇ ਹੈ ਕਿ ਇੱਥੇ ਪੰਜਾਬ ਦੇ ਵਿੱਚ ਜ਼ਿਆਦਾ ਜਿਹੜੇ ਮਾਲਸ ਹੈ ਉਹਨਾਂ ਨੂੰ ਲਗਾਉਣ ਦੇ ਉੱਤੇ ਜ਼ਿਆਦਾ ਉਤਸ਼ਾਹਿਤ ਕੀਤਾ ਜਾਂਦਾ ਹੈ, ਜਦਕਿ ਇੰਡਸਟਰੀ ਨੂੰ ਜ਼ਿਆਦਾ ਕਰਨਾ ਚਾਹੀਦਾ ਹੈ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਇੱਥੇ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਮਾਲ ਰਿਲੇਟਿਡ ਜਿਹੜੀ ਐਕਟੀਵਿਟੀ ਹੈ ਉਹ ਇੰਡਸਟਰੀਅਲ ਡਿਵੈਲਪਮੈਂਟ ਤੋਂ ਜੁਦਾ ਹੈ। ਮਗਰ ਕਿਸੇ ਵੀ ਸਟੇਟ ਵਿੱਚ ਜਾਂ ਕਿਸੇ ਵੀ ਪ੍ਰਾਂਤ ਵਿੱਚ ਜੇ ਮਾਲ ਆ ਰਹੇ ਨੇ ਤੇ ਉਹ ਇਹ ਸਾਬਤ ਕਰਦਾ ਹੈ ਕਿ ਉੱਥੋਂ ਦੇ ਲੋਕਾਂ ਕੋਲ ਸਪੈਂਡਿੰਗ ਪਾਵਰ ਹੈ। ਸਪੈਂਡਿੰਗ ਪਾਵਰ ਅਲਟੀਮੇਟਲੀ ਵਪਾਰ ਦੇ ਨਾਲ ਜਾਂ ਇੰਡਸਟਰੀ ਦੇ ਰਾਹੀਂ ਆਉਂਦੀ ਹੈ।
ਮੈਂ ਇਹ ਗੱਲ ਸਵੀਕਾਰ ਕਰਨਾ ਕਿ ਸਾਡੀ ਇੰਡਸਟਰੀ ਨੂੰ ਘਾਟਾ ਹੋਇਆ ਹੈ ਕਿਉਂਕਿ ਖਾਸ ਸਹੂਲਤਾਂ ਸਾਡੇ ਪੜੋਸੀ ਸੂਬਿਆਂ ਨੂੰ ਮਿਲੀਆਂ ਨੇ, ਪਰ ਨਾਲ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਕਈ ਇੱਥੇ ਯੂਨਿਟ ਨੇ ਜਿਨ੍ਹਾਂ ਨੇ ਆਪਣਾ ਕੰਮ, ਚਲਦੇ ਯੂਨਿਟਾਂ ਨੇ ਆਪਣਾ ਕੰਮ ਅੱਗੇ ਵਧਾਇਆ ਹੈ, ਕਿਉਂਕਿ ਓਵਰਆਲ ਇਕਨੋਮਿਕ ਗਰੋਥ ਜਿਹੜੀ ਹੈ ਅੱਜ 8.1 ਹੈ, ਜੋ ਹਿੰਦੁਸਤਾਨ ਦੇ ਇਤਿਹਾਸ ਵਿੱਚ ਇੰਨੀ ਵੱਡੀ ਗਰੋਥ ਕਦੇ ਨਹੀਂ ਹੋਈ। ਉਸ ਗਰੋਥ ਦਾ ਕੁਝ ਅੰਸ਼ ਅਸੀਂ ਪੰਜਾਬ ਵਿੱਚ ਵੀ ਦੇਖ ਰਹੇ ਹਾਂ। ਇਹ ਗੱਲ ਠੀਕ ਹੈ ਕਿ ਜਿੰਨਾ ਇੰਡਸਟਰੀਅਲ ਡਿਵੈਲਪਮੈਂਟ ਸਾਡੀ ਹੋ ਸਕਦੀ ਸੀ ਉਨੀ ਨਹੀਂ ਹੋਈ, ਪਰ ਇਹ ਵੀ ਗੱਲ ਸਾਫ਼ ਹੈ ਕਿ ਜੇ ਪੰਜਾਬ ਦੇ ਲੋਕਾਂ ਦੀ ਮਿਹਨਤ, ਉਹਨਾਂ ਦੀ ਲਗਨ, ਜੇ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਦੇਖੀਏ ਤੇ ਮੈਂ ਸਮਝਣਾ ਕਿ ਆਉਣ ਵਾਲੇ 10 ਸਾਲਾਂ 'ਚ ਪੰਜਾਬ ਪਿਛਲੀ ਜਿਹੜੀ ਪਿਛਾੜ ਹੋਈ ਉਹਨੂੰ ਪਿੱਛੇ ਛੱਡ ਦੇਗਾ ਔਰ ਅੱਗੇ ਨਿਕਲ ਜਾਏਗਾ। ਔਰ ਮੈਂ ਇਸ ਸੰਦਰਭ ਵਿੱਚ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਔਰ ਖਾਸ ਤੌਰ ਤੇ ਮੁੱਖ ਮੰਤਰੀ ਨੇ ਆਪਣੇ ਆਪ ਕਈ ਬਹੁਤ ਇਹੋ ਜਿਹੇ ਕਦਮ ਚੁੱਕੇ ਨੇ ਜੋ ਅੱਗੇ ਆ ਕੇ ਜਿਨ੍ਹਾਂ ਦਾ ਫਲ ਸਾਨੂੰ ਮਿਲੇਗਾ। ਉਹ ਔਖੇ ਕਦਮ ਸੀ ਪਰ ਉਹਨਾਂ ਨੇ ਚੁੱਕੇ ਨੇ। ਜਿਸ ਤਰ੍ਹਾਂ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਉਹਨਾਂ ਨੇ ਗੱਲ ਕੀਤੀ, ਮੈਂ ਸਮਝਣਾ ਬਿਲਕੁਲ ਸਹੀ ਹੈ, ਕਿਉਂਕਿ ਹੁਣ ਝੋਨੇ ਔਰ ਪੈਡੀ ਦੇ ਸਾਈਕਲ ਵਿੱਚੋਂ ਸਾਨੂੰ, ਝੋਨੇ ਔਰ ਕਣਕ ਦੇ ਸਾਈਕਲ ਵਿੱਚੋਂ ਸਾਨੂੰ ਨਿਕਲਣਾ ਪਏਗਾ ਔਰ ਸਾਨੂੰ ਕੈਸ਼ ਕ੍ਰੌਪਸ ਔਰ ਕਮਰਸ਼ੀਅਲ ਕ੍ਰੌਪਸ ਦੇ ਵੱਲ ਜਾਣਾ ਪਏਗਾ। ਇੱਥੇ ਪੰਜਾਬ ਸਰਕਾਰ ਨੇ ਕਈ ਸਕੀਮਾਂ ਨੂੰ ਤਜਵੀਜ਼ ਕੀਤਾ ਹੈ। ਇੱਕ ਜਿਹੜੀ ਅਹਿਮ ਚੀਜ਼ ਹੈ ਇੰਡਸਟਰੀ ਵਾਸਤੇ ਉਹ ਹੈ ਪਾਵਰ, ਇਲੈਕਟ੍ਰਿਸਿਟੀ, ਬਿਜਲੀ। ਉਸ ਦੇ ਬਾਰੇ 'ਚ ਕੀ ਪਾਲਿਸੀ ਹੈ? ਇਸ ਦੀ ਜਨਰੇਸ਼ਨ ਅੱਗੋਂ ਕਿਸ ਤਰ੍ਹਾਂ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਮੁਹੱਈਆ ਕੀਤਾ ਜਾ ਸਕਦਾ? ਤੁਸੀਂ ਬਹੁਤ ਅਹਿਮ ਸਵਾਲ ਪੁੱਛਿਆ ਹੈ। ਕੋਈ ਵੀ ਸਟੇਟ ਦੀ ਇੰਡਸਟਰੀਅਲ ਡਿਵੈਲਪਮੈਂਟ ਤਦ ਤੱਕ ਨਾਮੁਮਕਿਨ ਹੈ ਜਦ ਤੱਕ ਪਾਵਰ ਨਾ ਹੋਵੇ। ਇਸੇ ਕਰਕੇ ਜਿਹੜਾ ਲਹਿਰਾ ਮੁਹੱਬਤ ਦਾ 500 ਮੈਗਾਵਾਟ ਦਾ 3rd ਫੇਜ਼ ਹੈ ਉਹਨੂੰ ਲਾਗੂ ਕੀਤਾ ਜਾ ਰਿਹਾ ਹੈ। ਸ਼ਾਹਪੁਰ ਕੰਡੀ ਵਾਲਾ ਜਿਹੜਾ ਪਾਵਰ ਦਾ ਪ੍ਰਪੋਜ਼ਲ ਹੈ ਉਹਨੂੰ ਅੱਗੇ ਵਧਾਇਆ ਜਾ ਰਿਹਾ ਹੈ। ਮੁਕੇਰੀਆਂ ਥਰਮਲ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਸੋ ਕੋਸ਼ਿਸ਼ ਹੋ ਰਹੀ ਹੈ ਔਰ ਇਹ ਕੋਸ਼ਿਸ਼ ਇਸ ਕਰਕੇ ਅੱਜ ਕੀਤੀ ਜਾ ਸਕ ਰਹੀ ਹੈ ਕਿਉਂਕਿ ਅਸੀਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਨੂੰ ਫੇਰ ਫਾਇਦੇ ਵਿੱਚ ਲੈ ਕੇ ਆਏ ਹਾਂ। ਹੁਣ ਸਾਡੀ ਇੰਟਰਨਲ ਜਨਰੇਸ਼ਨ ਇੰਨੀ ਕੁ ਹੈ ਕਿ ਅਸੀਂ ਅੱਗੇ ਪਾਵਰ ਜਨਰੇਸ਼ਨ ਨੂੰ ਵਧਾਵਾ ਦੇ ਸਕੀਏ ਔਰ ਕੇਂਦਰ ਸਰਕਾਰ ਇਸ ਕੰਮ ਵਿੱਚ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਕਰੇਗੀ। ਕੁਝ ਇੱਕ ਐਸੇ ਹਿੱਸੇ ਹੈ ਸਾਡੇ ਪੰਜਾਬ ਦੇ, ਖਾਸ ਕਰਕੇ ਜਿਹੜੇ ਬਾਰਡਰ ਏਰੀਆ ਜਿਸ ਤਰ੍ਹਾਂ ਅੰਮ੍ਰਿਤਸਰ, ਫਿਰੋਜ਼ਪੁਰ ਔਰ ਗੁਰਦਾਸਪੁਰ, ਇਹਨਾਂ ਜ਼ਿਲ੍ਹਿਆਂ ਦੀ ਜਿਹੜਾ ਵਧਾਵਾ ਹੋਇਆ ਇੰਡਸਟਰੀ ਦਾ, ਇਹ ਦੇਖਣ 'ਚ ਆਇਆ ਕਿ ਬਹੁਤ ਘੱਟ ਹੋਇਆ। ਕੀ ਗਵਰਨਮੈਂਟ ਦੀ ਕੋਈ ਇਸ ਦੇ ਬਾਰੇ ਵਿੱਚ ਖਾਸ ਤੌਰ 'ਤੇ ਕੋਈ ਪਾਲਿਸੀ ਹੈ ਕਿ ਇਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ? ਤੁਸੀਂ ਬਹੁਤ ਮੌਕੇ ਦਾ ਸਵਾਲ ਪੁੱਛਿਆ। ਜਦ ਪ੍ਰਧਾਨ ਮੰਤਰੀ ਸਾਹਿਬ ਨਾਲ ਪਰਸੋਂ ਗੱਲ ਹੋਈ ਤੇ ਪ੍ਰਧਾਨ ਮੰਤਰੀ ਜੀ ਨੇ ਸਵੈਮ ਆਪਣੇ ਕੋਲੋਂ ਬਾਰਡਰ ਏਰੀਆ ਡਿਵੈਲਪਮੈਂਟ ਸਕੀਮ ਦੇ ਬਾਰੇ ਮੈਨੂੰ ਪੁੱਛਿਆ ਔਰ ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਇਸ ਸਕੀਮ ਨੂੰ ਅੱਗੇ ਸੁਦ੍ਰਿੜ ਕਰਨਾ ਚਾਹੀਦਾ ਹੈ, ਮਜ਼ਬੂਤੀ ਦੇਣੀ ਚਾਹੀਦੀ ਹੈ, ਹੋਰ ਵਧਾਉਣਾ ਚਾਹੀਦਾ ਹੈ। ਮੈਂ ਸਮਝਦਾ ਕਿ ਜਿਹੜਾ ਪੈਸਾ ਅੱਜ ਸਕੀਮ ਵਿੱਚ ਆ ਰਿਹਾ ਹੈ ਉਹ ਪਰਿਆਪਤ ਨਹੀਂ ਹੈ। ਹੁਣ ਅਸੀਂ ਦੁਬਾਰਾ ਦੇ ਨਾਲ ਇਸ ਸਕੀਮ ਨੂੰ ਰਿਵਿਊ ਕਰਾਂਗੇ ਤਾਂ ਕਿ ਅੰਮ੍ਰਿਤਸਰ, ਗੁਰਦਾਸਪੁਰ ਔਰ ਫਿਰੋਜ਼ਪੁਰ ਦੇ ਜਿਹੜੇ ਬਾਰਡਰ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ 17 ਬਲਾਕ ਆਉਂਦੇ ਨੇ ਉਹਨਾਂ ਦੇ ਵਿੱਚ ਇੱਕ ਫਿਜ਼ੀਕਲ ਇਨਫਰਾਸਟ੍ਰਕਚਰ ਵੀ ਬਣੇ ਔਰ ਇੰਡਸਟਰੀਅਲ ਇਨਫਰਾਸਟ੍ਰਕਚਰ ਵੀ ਕਾਇਮ ਹੋ ਸਕੇ। ਬਟਾਲਾ ਦੀ ਜਿਹੜੀ ਫਾਊਂਡਰੀ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ ਹੈ, ਗੁਰਦਾਸਪੁਰ ਜ਼ਿਲ੍ਹੇ 'ਚ ਹੈ, ਗੁਰਦਾਸਪੁਰ ਜ਼ਿਲ੍ਹੇ 'ਚ ਹੈ, ਪਰ ਅੰਮ੍ਰਿਤਸਰ ਪਾਰਲੀਮੈਂਟਰੀ ਹਲਕੇ ਦਾ ਇੱਕ ਅੰਗ ਸੀਗਾ ਹੁਣ ਤੱਕ। ਉਹਦੀ 'ਚ ਜੋ ਤਰੱਕੀ ਹੋਣੀ ਚਾਹੀਦੀ ਸੀ ਨਹੀਂ ਹੋਈ। ਜਿਹੜੇ ਬੇਰੁਜ਼ਗਾਰਾਂ ਨੂੰ ਅਸੀਂ ਰੋਜ਼ਗਾਰ ਦੇ ਸਕਦੇ ਸਾਂ ਅੰਮ੍ਰਿਤਸਰ ਦੇ ਜ਼ਿਲ੍ਹੇ 'ਚ, ਫਿਰੋਜ਼ਪੁਰ, ਗੁਰਦਾਸਪੁਰ ਦੇ ਜ਼ਿਲ੍ਹਿਆਂ 'ਚ ਇੰਡਸਟਰੀ ਨੂੰ ਵਧਾਵਾ ਦੇ ਕੇ ਉਹ ਨਹੀਂ ਹੋ ਪਾਇਆ। ਇਸ ਕਰਕੇ ਵਧੇਰੀਆਂ ਸਕੀਮਾਂ ਦੀ ਤਜਵੀਜ਼ ਅਸੀਂ ਕਰਾਂਗੇ ਜਿਨ੍ਹਾਂ ਵਿੱਚ ਬਾਰਡਰ ਏਰੀਆ ਡਿਵੈਲਪਮੈਂਟ ਫੰਡ ਨੂੰ ਖਾਸ ਤੌਰ ਦੇ ਉੱਪਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਸ਼ਵਨੀ ਕੁਮਾਰ ਜੀ, ਕਾਂਗਰਸ ਸਰਕਾਰ ਨੇ ਇੱਕ ਬਹੁਤ ਵੱਡੀ, ਉਹਨਾਂ ਦੀ ਇੱਕ ਅਹਿਮ ਜਿਹੜੀ ਇੱਕ ਜੋ ਉਹਨਾਂ ਨੇ ਇੱਕ ਕਾਨੂੰਨ ਹੋਂਦ ਵਿੱਚ ਲੈ ਕੇ ਆਂਦਾ, ਰਾਈਟ ਟੂ ਇਨਫੋਰਮੇਸ਼ਨ ਐਕਟ, ਮੈਂ ਸਮਝਣਾ ਕਿ ਇਹ ਇੱਕ ਬਹੁਤ ਵੱਡੀ ਉਪਲਬਧੀ ਹੈ ਜੋ ਕਿ ਲੋਕਾਂ ਦੇ ਬਹੁਤ ਕੰਮ ਆ ਸਕਦੀ ਹੈ। ਇਸ ਦਾ ਟੋਟਲ ਗਵਰਨੈਂਸ ਦੇ ਉੱਤੇ, ਇਸ ਦਾ ਟੋਟਲ ਸਰਕਾਰੀ ਕੰਮਕਾਜ ਦੇ ਉੱਤੇ ਕਿਸ ਤਰ੍ਹਾਂ ਅਸਰ ਪਏਗਾ ਔਰ ਕਿਸ ਤਰ੍ਹਾਂ ਇਸ ਨੂੰ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕਦਾ ਹੈ? ਮੈਂ ਸਮਝਦਾ ਸੂਚਨਾ ਦਾ ਅਧਿਕਾਰ ਦਾ ਜਿਹੜਾ ਕਾਨੂੰਨ ਹੈ ਇੰਨਾ ਰੈਵੋਲੂਸ਼ਨਰੀ ਕਦਮ ਹੈ ਜਿਹਦੇ ਨਾਲ ਪੂਰੇ ਗਵਰਨੈਂਸ ਦਾ ਢਾਂਚਾ ਸਾਰੇ ਹਿੰਦੁਸਤਾਨ ਵਿੱਚ ਬਦਲੇਗਾ। ਯਾਨੀ ਅੱਜ ਕੋਈ ਸ਼ਹਿਰੀ ਆਪਣੀ ਕਿਸੇ ਸਵਾਲ ਦਾ ਜਵਾਬ ਬਤੌਰ ਹੱਕ ਟਿਕਟ ਲਗਾ ਕੇ ਇੱਕ ਦਰਖਾਸਤ ਦੇ ਕੇ ਸਰਕਾਰ ਦੇ ਵੱਡੇ ਤੋਂ ਵੱਡੇ ਅਫਸਰ ਕੋਲੋਂ ਪੁੱਛ ਸਕਦਾ ਹੈ ਔਰ ਇਹਦੀ ਇਸ ਅਧਿਕਾਰ ਦੇ ਪ੍ਰਤੀ ਵਿਸ਼ੇਸ਼ ਤੌਰ ਤੇ ਸ਼੍ਰੀਮਤੀ ਸੋਨੀਆ ਗਾਂਧੀ ਔਰ ਪ੍ਰਧਾਨ ਮੰਤਰੀ ਦੀ ਕਮਿਟਮੈਂਟ ਹੈ। ਬਹੁਤ ਸਾਰੇ NGOs ਨੇ ਇਹਦੀ ਤਜਵੀਜ਼ ਕੀਤੀ ਸੀ
ਔਰ ਸ਼੍ਰੀਮਤੀ ਸੋਨੀਆ ਗਾਂਧੀ ਨੇ ਪਰਸਨਲ ਇੰਟਰਸਟ ਲੈ ਕੇ ਇਸ ਕਾਨੂੰਨ ਨੂੰ ਲਿਆਂਦਾ ਹੈ। ਪਿਛਲੇ ਦਿਨਾਂ ਵਿੱਚ ਬਹੁਤ ਚਰਚਾਵਾਂ ਹੋਈਆਂ ਇਹਦੇ ਮੁਤਲਕ, ਮੈਂ ਵੀ ਕਈ ਚਰਚਾਵਾਂ ਵਿੱਚ ਹਾਜ਼ਰ ਹੋਇਆ ਟੈਲੀਵਿਜ਼ਨ ਦੇ ਮਾਧਿਅਮ ਤੋਂ। ਕੁਝ ਵਿਚਾਰ ਇਹੋ ਜਿਹੇ ਆਏ ਸੀ ਕਿ ਕੁਝ ਸੰਸ਼ੋਧਨ ਜਿਹੜੇ ਇਸ ਕਾਨੂੰਨ ਵਿੱਚ ਕੀਤਨ ਦੀ ਤਜਵੀਜ਼ ਸੀ ਉਹ ਅਜੇ ਨਹੀਂ ਹੋਣੇ ਚਾਹੀਦੇ। ਨੋਟਿੰਗ ਪਾਸ ਦੀ ਗੱਲ ਸੀ ਕਿ ਫਾਈਲ ਦੀ ਨੋਟਿੰਗ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਇਹਦੇ ਵਿੱਚ ਦੋ ਵਿਚਾਰ ਸਨ। ਇੱਕ ਬਹੁਤ ਅਹਿਮ ਵਿਚਾਰ ਸੀ ਕਿ ਦੇਣੀ ਚਾਹੀਦੀ ਹੈ। ਇੱਕ ਵਿਚਾਰ ਇਹ ਵੀ ਸੀ ਐਡਮਿਨਿਸਟ੍ਰੇਸ਼ਨ ਔਰ ਪ੍ਰਸ਼ਾਸਨ ਦੇ ਵੱਲੋਂ ਕਿ ਜੇ ਸਾਰੀ ਫਾਈਲ ਨੋਟਿਸ ਨੂੰ ਦੇ ਦਿੱਤਾ ਜਾਏ ਤੇ ਸਰਕਾਰ ਦਾ ਜਿਹੜਾ ਐਡਮਿਨਿਸਟ੍ਰੇਟਿਵ ਢਾਂਚਾ ਹੈ ਉਹ ਇਫੈਕਟਿਵ ਨਹੀਂ ਹੋਏਗਾ। ਤਾਂ ਇਹਨਾਂ ਦੋਨਾਂ ਮੁੱਦਿਆਂ ਦੇ ਉੱਪਰ ਇੱਕ ਗਹਿਨ ਵਿਚਾਰ ਚੱਲ ਰਿਹਾ ਹੈ। ਇਸ ਕਰਕੇ ਥੋੜੀ ਦੇਰ ਲਈ ਇਸ ਸੰਸ਼ੋਧਨ ਨੂੰ ਅਸੀਂ ਅਜੇ ਇਨ ਅਬੇਂਸ ਰੱਖਿਆ ਹੈ, ਪਰ ਆਉਣ ਵਾਲੇ ਸੈਸ਼ਨ ਵਿੱਚ ਜਾਂ ਉਸ ਤੋਂ ਤੁਰੰਤ ਬਾਅਦ ਕੋਸ਼ਿਸ਼ ਹੋਵੇਗੀ ਕਿ ਇਸ ਸੂਚਨਾ ਦਾ ਅਧਿਕਾਰ ਦੇਸ਼ ਵਾਸੀਆਂ ਨੂੰ ਦਿੱਤਾ ਜਾਵੇ। ਕੁਝ ਗੱਲ ਕਰਨਾ ਚਾਹਾਂਗਾ ਮੈਂ ਸੋਸ਼ਲ ਇਨਫਰਾਸਟ੍ਰਕਚਰ ਦੇ ਬਾਰੇ ਵਿੱਚ, ਐਜੂਕੇਸ਼ਨ, ਹੈਲਥ, ਇਸ ਦੇ ਬਾਰੇ ਵਿੱਚ ਸਰਕਾਰ ਦੀ ਕੀ ਨੀਤੀ ਹੈ? ਇਹ ਸਭ ਤੋਂ ਅਹਿਮ ਸਵਾਲ ਤੁਸੀਂ ਮੈਨੂੰ ਅੱਜ ਪੁੱਛਿਆ ਇਸ ਇੰਟਰਵਿਊ ਵਿੱਚ। ਮੇਰਾ ਆਪਣਾ ਵਿਚਾਰ ਹਮੇਸ਼ਾ ਰਿਹਾ ਹੈ ਔਰ ਸਰਕਾਰ ਦਾ ਵੀ ਇਹ ਵਿਚਾਰ ਹੈ ਕਿ ਕਿਸੇ ਵੀ ਦੇਸ਼ ਦੀ ਤਰੱਕੀ ਲਈ ਜਦ ਤੱਕ ਉਸ ਦੇਸ਼ ਦੀ ਸਿਹਤ ਔਰ ਸਿੱਖਿਆ ਦੇ ਜਿਹੜੇ ਦਾਇਰੇ ਨੇ ਉਹ ਮਜ਼ਬੂਤ ਨਾ ਹੋਣ ਜਾਂ ਵੱਡੇ ਨਾ ਹੋਣ, ਜਦ ਤੱਕ ਸਾਰਿਆਂ ਦੀ ਸਿਹਤ ਦਾ ਅਸੀਂ ਇੰਤਜ਼ਾਮ ਨਾ ਕਰ ਸਕੀਏ, ਸਭ ਨੂੰ ਸਿੱਖਿਆ ਨਾ ਦੇ ਸਕੀਏ, ਔਰ ਸਿੱਖਿਆ ਵੀ ਉਹ ਜਿਹੜੀ ਆਉਣ ਵਾਲੀ ਸਦੀ ਵਿੱਚ ਰੈਲੇਵੈਂਟ ਹੈ, 21ਵੀਂ ਸਦੀ ਦੀ ਸਿੱਖਿਆ ਜਿਹੜੀ ਰੈਲੇਵੈਂਟ ਹੈ, ਜਦ ਤੱਕ ਅਸੀਂ ਉਹ ਆਪਣੇ ਬੱਚਿਆਂ ਨੂੰ ਨਾ ਦੇ ਸਕਾਂਗੇ ਤਦ ਤੱਕ ਅਸੀਂ ਦੇਸ਼ ਨੂੰ 21ਵੀਂ ਸਦੀ ਦੇ ਲਾਇਕ ਨਹੀਂ ਬਣਾ ਸਕਦੇ। ਇਸ ਕਰਕੇ ਇਸ ਵਾਰ UPA ਸਰਕਾਰ ਵਿੱਚ ਹਿੰਦੁਸਤਾਨ ਦੇ ਮੌਜੂਦਾ ਇਤਿਹਾਸ ਵਿੱਚ ਸਭ ਤੋਂ ਵੱਡੀ ਬਜਟ ਐਲੋਕੇਸ਼ਨ ਦਿੱਤੀ ਗਈ ਹੈ। 6% GDP ਐਜੂਕੇਸ਼ਨ ਲਈ ਔਰ 3.5 ਔਰ 4% ਦੇਸ਼ ਦਾ GDP ਜਿਹੜਾ ਹੈ ਉਹ ਹੈਲਥ ਲਈ ਦਿੱਤਾ ਗਿਆ ਹੈ। ਮੈਂ ਸਮਝਦਾ ਕਿ ਹੈਲਥ ਵਿੱਚ ਹੋਰ ਵੀ ਪੈਸੇ ਦੇਣ ਦੀ ਲੋੜ ਹੈ, ਮਗਰ ਭਾਰਤ ਨਿਰਮਾਣ ਪ੍ਰੋਗਰਾਮ, ਸਿਹਤ ਸੁਵਿਧਾਵਾਂ ਦੇ ਜਿਹੜੇ ਵੇਰੀਅਸ ਪ੍ਰੋਗਰਾਮ ਚੱਲ ਰਹੇ ਨੇ, ਜਵਾਹਰ ਲਾਲ ਨਹਿਰੂ ਅਰਬਨ ਰਿਨਿਊਅਲ ਮਿਸ਼ਨ ਜਿਹੜੀ ਚੱਲ ਰਹੀ ਹੈ, ਇਹਨਾਂ ਸਾਰੇ ਪ੍ਰੋਗਰਾਮਾਂ ਦਾ ਡਾਇਰੈਕਟ ਜਾਂ ਇਨਡਾਇਰੈਕਟ ਸੰਬੰਧ ਸੋਸ਼ਲ ਇਨਫਰਾਸਟ੍ਰਕਚਰ ਨਾਲ ਹੈ। ਠੀਕ ਹੈ। ਇੱਕ ਜਿਹੜਾ ਅਸੀਂ ਅਕਸਰ ਸੁਣਦੇ ਹਾਂ ਭਾਰਤ ਨਿਰਮਾਣ ਯੋਜਨਾ ਜਿਹੜੀ ਹੈ, ਇਹ ਕੀ ਹੈ ਔਰ ਇਸ ਦੇ ਬਾਰੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹਾਂਗਾ। ਇਹ ਦੁਨੀਆ ਦੇ ਇਤਿਹਾਸ ਵਿੱਚ ਇੱਕ ਭਾਰਤ ਨਿਰਮਾਣ ਯੋਜਨਾ ਔਰ ਇੱਕ ਰੋਜ਼ਗਾਰ ਗਾਰੰਟੀ ਯੋਜਨਾ ਸਭ ਤੋਂ ਵੱਡੀ ਯੋਜਨਾਵਾਂ ਨੇ ਹੁਣ ਤੱਕ ਦੇ ਇਤਿਹਾਸ ਵਿੱਚ। 1,75,000 ਕਰੋੜ ਰੁਪਇਆ ਖਰਚਣਾ ਹੈ ਭਾਰਤ ਨਿਰਮਾਣ ਵਿੱਚ ਔਰ 25,000 ਕਰੋੜ ਰੁਪਇਆ ਅਸੀਂ ਨੈਸ਼ਨਲ ਰੋਜ਼ਗਾਰ ਇੰਪਲੋਇਮੈਂਟ ਯੋਜਨਾ ਵਿੱਚ ਖਰਚਣਾ ਹੈ। 2 ਲੱਖ ਕਰੋੜ ਰੁਪਇਆ ਸਰਕਾਰ ਖਰਚੇਗੀ ਤਾਂ ਕਿ ਹਰ ਬੰਦੇ ਨੂੰ ਘੱਟ ਤੋਂ ਘੱਟ 1,200 ਰੁਪਏ ਮਹੀਨੇ ਦਾ ਵੇਤਨ ਬਾਏ ਰਾਈਟ ਮਿਲੇ ਔਰ ਭਾਰਤ ਨਿਰਮਾਣ ਦੇ ਵਿੱਚ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ, ਸਕੂਲ, ਹਸਪਤਾਲ, ਕਾਲਜਿਸ ਇਹ ਬਣਨ ਤਾਂ ਕਿ ਸਾਰੇ ਹਿੰਦੁਸਤਾਨ ਦੀ ਰੂਰਲ ਡਿਵੈਲਪਮੈਂਟ ਦਾ ਜਿਹੜਾ ਸਾਡਾ ਫੋਕਸ ਹੈ ਉਹ ਭਾਰਤ ਨਿਰਮਾਣ ਦੇ ਰਾਹੀਂ ਹੋਵੇ। ਇਸ ਕਰਕੇ ਇਹਦਾ ਨਾਂ ਹੀ ਰੱਖਿਆ ਭਾਰਤ ਨਿਰਮਾਣ, ਕਿਉਂਕਿ ਜਦ ਤੱਕ ਪਿੰਡਾਂ ਦਾ ਨਿਰਮਾਣ ਨਹੀਂ ਤਦ ਤੱਕ ਦੇਸ਼ ਦਾ ਨਿਰਮਾਣ ਨਹੀਂ। ਅਸ਼ਵਨੀ ਕੁਮਾਰ ਜੀ, ਤੁਸੀਂ ਗੱਲ ਕੀਤੀ ਸੀ ਐਜੂਕੇਸ਼ਨ ਦੀ, ਜਦੋਂ ਕਿ ਸਿੱਖਿਆ ਦਾ ਪੱਧਰ ਹੋਣਾ ਚਾਹੀਦਾ ਹੈ। ਕੁਝ ਇੱਕ ਐਸੇ ਸੈਕਸ਼ਨਸ ਆਫ ਸੋਸਾਇਟੀ ਹੈ ਜਿਨ੍ਹਾਂ ਨੂੰ ਕਿ ਸਿੱਖਿਆ ਪ੍ਰਦਾਨ ਨਹੀਂ ਹੋ ਪਾ ਰਹੀ, ਜਿਸ ਤਰ੍ਹਾਂ ਕਿ ਚਾਈਲਡ ਲੇਬਰ ਹੈ, ਜਿਹੜੇ ਬੱਚੇ ਘਰਾਂ ਦੇ ਵਿੱਚ ਕੰਮ ਕਰਦੇ ਹਨ ਜਾਂ ਦੂਸਰੇ ਛੋਟੇ ਛੋਟੇ ਹੋਟਲਾਂ ਦੇ ਵਿੱਚ, ਢਾਬਿਆਂ ਦੇ ਉੱਤੇ ਕੰਮ ਕਰਦੇ ਹਨ। ਇਹਨਾਂ ਨੂੰ ਕਿਸੇ ਤਰ੍ਹਾਂ ਸਿੱਖਿਆ ਦੇਣ ਦਾ ਕੋਈ ਸਕੀਮ ਜਾਂ ਕਿਸੇ ਤਰ੍ਹਾਂ ਦੀ ਕੋਈ ਹੈ? ਸਰਵ ਸਿੱਖਿਆ ਅਭਿਆਨ, ਪ੍ਰਾਇਮਰੀ ਐਜੂਕੇਸ਼ਨ, ਐਜੂਕੇਸ਼ਨ ਫॉर ਆਲ, ਇਹ ਯੂਨਾਈਟਿਡ ਨੇਸ਼ਨਸ ਦਾ ਇੱਕ ਗੋਲ ਸੀਗਾ। ਯੂਨਾਈਟਿਡ ਨੇਸ਼ਨਸ ਮਿਲੀਨੀਅਮ ਡਿਵੈਲਪਮੈਂਟ ਗੋਲਸ ਦਾ ਇੱਕ ਹਿੱਸਾ ਸੀਗਾ, ਜਿਹਦੇ ਪ੍ਰਤੀ ਭਾਰਤ ਦੀ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ ਔਰ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕੀਤੀ ਜਾਣੀ ਚਾਹੀਦੀ ਹੈ ਕਿ ਦੇਸ਼ ਦਾ ਕੋਈ ਬੱਚਾ ਅਜਿਹਾ ਨਾ ਰਹੇ ਜਿਹਨੂੰ ਸਿੱਖਿਆ ਪ੍ਰਦਾਨ ਨਾ ਕੀਤੀ ਜਾ ਸਕੇ। ਇਹ ਸਾਡਾ ਇੱਕ ਬਹੁਤ ਵੱਡਾ ਕਰਤੱਵਯ ਹੈ ਜਿਹਦੀ ਅਸੀਂ ਨਿਸ਼ਠਾ ਦੇ ਨਾਲ ਪੂਰਤੀ ਕਰਾਂਗੇ। ਠੀਕ ਗੱਲ ਹੈ। ਔਰ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਇੰਡਸਟਰੀ ਨੂੰ ਨਾਲ ਦੇ ਰਾਜਾਂ ਦੇ ਮੁਤਾਬਕ ਜੋ ਸਹੂਲਤਾਂ ਦਿੱਤੀਆਂ ਜਾਣ, ਕੋਈ ਖਾਕਾ, ਕੋਈ ਇਸ ਤਰ੍ਹਾਂ ਦੀ ਕੋਈ ਸਕੀਮ ਆਲਰੇਡੀ ਤੁਹਾਡੇ ਮਾਈਂਡ ਦੇ ਵਿੱਚ ਹੈ ਕਿ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ? ਮੈਂ ਆਪਣੇ ਡਿਪਾਰਟਮੈਂਟ ਨੂੰ ਹਿਦਾਇਤ ਕੀਤੀ ਹੈ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਚਿੱਠੀ ਲਿਖੀ ਹੈ ਕਿ 7 ਤਰੀਕ ਤੱਕ, 7 ਸਤੰਬਰ ਤੱਕ ਅਸੀਂ ਇਹਦਾ ਪਹਿਲਾ ਪ੍ਰੀਲਿਮਿਨਰੀ ਖਾਕਾ ਤਿਆਰ ਕਰਾਂਗੇ। ਉਹਦੇ ਬਾਅਦ ਮੈਂ ਉਹਨੂੰ ਅੱਗੇ ਵਿਚਾਰ ਕਰਾਂਗਾ ਉਹਦੇ ਉੱਪਰ, ਔਰ ਜਿਸ ਵੇਲੇ ਮੇਰੀ ਸੰਤੁਸ਼ਟੀ ਹੋ ਜਾਏਗੀ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੂੰ ਔਰ ਪਲੈਨਿੰਗ ਕਮਿਸ਼ਨ ਨੂੰ ਸਕੀਮ ਦੇਵਾਂਗੇ ਤਾਂ ਕਿ ਜਲਦ ਤੋਂ ਜਲਦ ਇੱਕ ਅਜਿਹੀ ਸਕੀਮ ਇੰਡਸਟਰੀਅਲ ਡਿਵੈਲਪਮੈਂਟ ਦੀ ਪੰਜਾਬ ਲਈ ਇੰਡਸਟਰੀਅਲ ਪਾਲਿਸੀ ਬਣ ਸਕੇ ਜਿਹਦੇ ਕਰਕੇ
पंजाब घट तो घट हिमाचल और उत्तरांचल के मुकाबले ते उन्होंने सहूलतां मिलन, ताकि पंजाब के जिहड़े उद्योगपति ने वो ये महसूस ना करन कि उन्हां नाल कोई वितकरा होया है। पंजाब दे विच बेरोज़गारी दूर करन लई उद्योगीकरण की लोड़ है, इन्वेस्टमेंट की लोड़ है, जिहदे राहीं पंजाब के नौजवानों को रोज़गार मिले। मेरा हमेशा यह सब तो मुख एजेंडा रहा है, मेरी वचनबद्धता है और मैं पूरी कोशिश करांगा कि इहनूं अंजाम दे सकां। ਜਿਹੜੀਆਂ ਸਹੂਲਤਾਂ, ਜਿਹੜੀਆਂ ਟੈਕਸ ਕੰਸੈਸ਼ਨਸ ਜਿਹੜੀਆਂ ਦਿੱਤੀਆਂ ਜਾ ਰਹੀਆਂ, ਇਸ ਦੇ ਵਿੱਚ ਸੈਂਟਰ ਦਾ ਔਰ ਸਟੇਟ ਦਾ ਕੀ ਰੋਲ ਹੋਏਗਾ? ਜਿਹੜੇ ਕੰਸੈਸ਼ਨ ਸੈਂਟਰ ਕੋਲੋਂ ਮਿਲਨੇ ਹੋਣਗੇ, ਮਸਲਨ ਐਕਸਾਈਜ਼ ਦਾ ਹੈ ਜਾਂ ਇਨਕਮ ਟੈਕਸ ਦਾ ਕੰਸੈਸ਼ਨ ਹੈ, ਕੋਈ ਅਜਿਹੀ ਛੂਟ ਹੈ ਜਿਹੜੀ ਕੇਂਦਰ ਸਰਕਾਰ ਨੇ ਦੇਣੀ ਹੈ, ਉਹ ਕੇਂਦਰ ਸਰਕਾਰ ਦੇਗੀ। ਪੰਜਾਬ ਸਰਕਾਰ ਤੇ ਜੋ ਵੱਧ ਤੋਂ ਵੱਧ ਰਿਆਇਤਾਂ ਦੇ ਸਕਦੀ ਹੈ, ਦੇ ਹੀ ਰਹੀ ਹੈ। ਮਗਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ, ਜਿਸ ਤਰ੍ਹਾਂ ਅਸੀਂ ਹੁਣ ਪਿੱਛੇ ਗੱਲ ਕੀਤੀ, 11 ਲੱਖ ਪੈਨਸ਼ਨਾਂ ਅਸੀਂ ਵਿਧਵਾ ਪੈਨਸ਼ਨਾਂ ਦਿੱਤੀਆਂ, ਸ਼ਗੁਨ ਸਕੀਮ ਵਿੱਚ ਦਿੱਤੀਆਂ। ਇਹ ਜਿੰਨਾ ਕੁ ਕੰਮ ਹੋਇਆ ਹੈ ਪਿੰਡਾਂ ਵਿੱਚ, ਜਿੰਨਾ ਕੁ ਕੰਮ ਗਰੀਬ ਤਬਕੇ ਲਈ ਹੋਇਆ ਹੈ ਇਸ ਸਰਕਾਰ ਵਿੱਚ, ਅਮਰਿੰਦਰ ਸਿੰਘ ਸਰਕਾਰ ਵਿੱਚ ਜਾਂ UPA ਸਰਕਾਰ ਦੀ ਨਿਗਰਾਨੀ ਤਹਿਤ, ਉਨੀ ਗੱਲ ਅਸੀਂ ਆਪਣੀ ਲੋਕਾਂ ਤੱਕ ਪਹੁੰਚਾਉਣਾ ਚਾਹਾਂਗੇ। ਜੋ ਕੰਮ ਅਸੀਂ ਕੀਤੇ ਨੇ ਉਹਦਾ ਕ੍ਰੈਡਿਟ ਅਸੀਂ ਜ਼ਰੂਰ ਲੈਣਾ ਚਾਹਾਂਗੇ। ਔਰ ਮੈਂ ਸਮਝਦਾ ਕਿ ਸੱਤਾ ਦਾ ਮੁੱਖ ਪਰਪਸ ਇਹੀ ਹੁੰਦਾ ਹੈ ਕਿ ਜਿਹੜੇ ਗਰੀਬ ਨੇ, ਜਿਹੜੇ ਪਿਛੜੇ ਨੇ, ਉਹਨਾਂ ਦੇ ਪ੍ਰਤੀ ਕੁਝ ਅਜਿਹੀਆਂ ਨੀਤੀਆਂ ਬਣਨ ਜਿਨ੍ਹਾਂ ਕਰਕੇ ਉਹਨਾਂ ਨੂੰ ਫਲ ਮਿਲੇ, ਔਰ ਇਹੀ ਸਾਡੀ ਚੇਸ਼ਟਾ ਹੈ। ਤੁਸੀਂ ਅੱਜ ਆਪਣੀ ਇਸ ਇੰਟਰਵਿਊ ਦੇ ਰਾਹੀਂ ਪੰਜਾਬ ਦੇ ਸਨਅਤਕਾਰਾਂ ਨੂੰ ਕੀ ਵਿਸ਼ਵਾਸ, ਕੀ ਭਰੋਸਾ ਦੇਣਾ ਚਾਹੋਗੇ? ਆਪਣਾ ਕੋਈ ਸੁਨੇਹਾ ਦੇਣਾ ਚਾਹੋਗੇ? ਮੈਂ ਉਹਨਾਂ ਨੂੰ ਇਹੀ ਵਿਸ਼ਵਾਸ ਦੇਣਾ ਚਾਹਾਂਗਾ ਕਿ ਕੇਂਦਰ ਦੀ ਸਰਕਾਰ ਔਰ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਹਰ ਸਹੂਲੀਅਤ, ਹਰ ਰਾਹਤ ਦੇਣ ਲਈ ਤਿਆਰ ਹੈ, ਵਚਨਬੱਧ ਹੈ, ਜਿਹਦੇ ਚਲਦਿਆਂ ਹੋਇਆਂ ਉਦਯੋਗੀਕਰਨ ਵਧੇ ਔਰ ਬੇਰੁਜ਼ਗਾਰ ਨੌਜਵਾਨਾਂ ਨੂੰ, ਬੇਟੀਆਂ ਨੂੰ ਰੋਜ਼ਗਾਰ ਮਿਲੇ। ਇਸੇ ਸੰਦਰਭ ਦੇ ਵਿੱਚ ਕੀ ਤੁਹਾਨੂੰ ਪੰਜਾਬ ਦੇ ਸਨਅਤਕਾਰਾਂ ਤੋਂ ਵੀ ਕੋਈ ਉਮੀਦ ਜਾਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਦੀ ਪੰਜਾਬ ਦੇ ਸਨਅਤਕਾਰ ਮੈਂ ਸਮਝਦਾ ਬਹੁਤ ਪ੍ਰਗਤੀਸ਼ੀਲ ਔਰ ਗਾਹਾਂ-ਵਧੂ ਐਂਟਰਪ੍ਰੈਨਰਸ ਨੇ, ਉਹ ਅੱਗੇ ਹੀ ਤਰੱਕੀ ਦੇ ਮਾਰਗ ਦੇ ਉੱਪਰ ਨੇ। ਮੈਂ ਉਹਨਾਂ ਨੂੰ ਸਿਰਫ ਇਹੀ ਕਹਾਂਗਾ ਕਿ ਅਸੀਂ ਜਿਸ ਲਾਇਕ ਹਾਂ ਉਹਨਾਂ ਦੀ ਸੇਵਾ ਲਈ ਤਿਆਰ ਹਾਂ। ਸ਼ਾਇਦ ਇਸੇ ਕਰਕੇ ਤਾਂ ਨਹੀਂ ਕਿ ਆਲਰੇਡੀ ਬੜੇ ਤਰੱਕੀ ਦੇ ਲਾਇਕ ਹੈ, ਅੱਗੇ ਵਧੂ ਹੈ, ਤੇ ਇਸ ਕਰਕੇ ਨਾਲ ਦੀਆਂ ਸੂਬਿਆਂ ਨੂੰ ਜ਼ਿਆਦਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਔਰ ਇਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ। ਦੇਖੋ, ਇਹ ਗੱਲ ਤਾਂ ਸਾਨੂੰ ਮੰਨਣੀ ਪਏਗੀ ਕਿ ਪੰਜਾਬ ਦੀ ਜਿਹੜੀ ਲੈਵਲ ਆਫ ਡਿਵੈਲਪਮੈਂਟ ਆਲਰੇਡੀ ਹੈ, ਇਹ ਇੱਕ ਅੱਛੇ ਸਤਰ ਦੇ ਉੱਪਰ ਅਸੀਂ ਹੈਗੇ ਹਾਂ। ਔਰ ਪਿਛਲੇ ਵਧੇਰੇ ਸਾਲਾਂ ਦੀ ਕਾਂਗਰਸ ਸਰਕਾਰਾਂ ਦੀ ਜਿਹੜੀ ਨੀਤੀਆਂ ਹਨ, ਉਹਨਾਂ ਦੇ ਕਰਕੇ ਪੰਜਾਬ ਇੱਕ ਖੁਸ਼ਹਾਲ ਸੂਬਾ ਹੈ। ਪਰ ਹੋਰ ਖੁਸ਼ਹਾਲ ਹੋਵੇ, ਹੋਰ ਇੰਡਸਟਰੀ ਵਧੇ, ਹੋਰ ਇਹਦੇ 'ਚ ਇਨਵੈਸਟਮੈਂਟ ਹੋਵੇ, ਨਿਵੇਸ਼ ਹੋਵੇ, ਇਹੀ ਸਾਡੇ ਸਾਰਿਆਂ ਦੀ ਮਨਸ਼ਾ ਹੈ ਔਰ ਇਹੀ ਮੇਰਾ ਵਾਅਦਾ ਵੀ ਹੈ। ਇਹ ਕਾਫੀ ਅੱਛਾ ਤੁਸੀਂ ਇੱਕ ਸੁਨੇਹਾ ਦਿੱਤਾ ਹੈ ਔਰ ਮੈਂ ਸਮਝਦਾ ਕਿ ਪੰਜਾਬ ਦੇ ਵਾਸੀਆਂ ਨੂੰ ਇਸ ਤੋਂ ਕਾਫੀ ਸੰਤਾਵਨਾ ਹੋਣੀ ਚਾਹੀਦੀ ਹੈ। ਮੈਂ ਇਸ ਦੇ ਨਾਲ ਹੀ ਤੁਹਾਡਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਇਹ ਸਾਰੀਆਂ ਗੱਲਾਂ ਕਰਨਾ, ਸਾਡੇ ਨਾਲ ਇਸ ਮੁਲਾਕਾਤ ਦੇ ਵਿੱਚ ਹਿੱਸਾ ਲੈਣਾ, ਮੈਂ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸ਼ੁਕਰੀਆ ਬਹੁਤ ਬਹੁਤ।